हाँ जी प्यारे दोस्तों, प्यार भरी सत श्री अकाल कबूल करो। वाहिगुरु जी का खालसा, श्री वाहिगुरु जी की फतेह। सत श्री अकाल, जय भीम, जय भारत। प्यारे दोस्तੋ, ਅਸੀਂ ਤੁਹਾਡੀ ਸਭਾ ਦੇ ਵਿੱਚ ਦਿਨ ਪ੍ਰਤੀ ਦਿਨ ਭਾਰਤ ਦੇ ਸੰਵਿਧਾਨ ਪ੍ਰਤੀ ਇੱਕ ਵਧੀਆ ਤੇ ਨਵੀਆਂ ਜਾਣਕਾਰੀਆਂ ਤੁਹਾਨੂੰ ਮੁਹੱਈਆ ਕਰਵਾਉਂਦੇ ਰਹਿੰਦੇ ਆ। ਕੋਸ਼ਿਸ਼ ਕਰਦੇ ਆ ਕਿ ਤੁਸੀਂ ਮੇਰੀ ਵੀਡੀਓ ਰਾਹੀਂ, ਮੇਰੇ ਪੜ੍ਹੇ ਅਨੁਵਾਦਾਂ ਰਾਹੀਂ ਆਪਣੇ ਮਨਾਂ ਨੂੰ ਸੰਤੁਸ਼ਟ ਕਰਦੇ ਹੋ ਕਿ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਹੱਕ ਲੈ ਕੇ ਦਿੱਤੇ ਨੇ, ਉਹ ਸਾਡੇ ਲੋਕਾਂ ਨੂੰ ਹੀ ਸਮਰਪਿਤ ਨੇ ਤੇ ਸਾਡੇ ਲੋਕਾਂ ਲਈ ਹੀ ਬਣਾਏ ਗਏ ਨੇ। मैं एक अपील करदा कि अपने घरां चों, अपने समाज दे विच विचर के देखो कि तुहाडे समाज प्रति तुहाडे विच भारत सरकारां जां राज सरकारां की नवे कानून लागू कर रहीआं ने। तुहानूं उन्हां कानूनां बारे जानकारी रखनी बहुत जरूरी है ते ये भी विचारन दी लोड़ है कि वो जो कानून जो भारत सरकारां जां राज सरकार द्वारा लागू कीते जांदे ने वो भारत दे संविधान दे अनुसार हैगे ने जां नहीं। ਉਹ ਤੁਸੀਂ ਉਨਾ ਚਿਰ ਨਹੀਂ ਜਾਣ ਸਕੋਗੇ ਜਿੰਨਾ ਚਿਰ ਇਸ ਭਾਰਤ ਦੇ ਸੰਵਿਧਾਨ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ, ਆਪਣੇ ਬੱਚਿਆਂ ਦੇ ਨਿੱਜੀ ਜ਼ਿੰਦਗੀ ਵਿੱਚ ਸ਼ਾਮਲ ਨਹੀਂ ਕਰੋਗੇ। ਮੈਂ ਬਾਰ-ਬਾਰ ਕਹਿਣਾ, ਇਹ ਭਾਰਤ ਦਾ ਸੰਵਿਧਾਨ ਕਿਸੇ ਜਾਤੀ, ਕਿਸੇ ਧਰਮ ਜਾਂ ਕਿਸੇ ਵਰਗ ਦਾ ਨਹੀਂ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਆਪਣੇ ਮੌਲਿਕ ਅਧਿਕਾਰਾਂ ਦਾ ਹੈ ਤੇ ਤੁਹਾਡੇ ਲੋਕਾਂ ਨੂੰ ਹੀ ਸਮਰਪਿਤ ਕੀਤਾ ਹੈ। ਇਸ ਭਾਰਤ ਦੇ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਤੁਹਾਨੂੰ ਉਹ ਸਭ ਅਧਿਕਾਰ ਲੈ ਕੇ ਦਿੱਤੇ ਨੇ ਜੋ ਚੰਦ ਲੋਕਾਂ ਨੇ ਆਪਣੀ ਮੁੱਠੀ 'ਚ ਕਾਬਜ਼ ਕਰ ਲਏ ਨੇ ਤੇ ਤੁਹਾਨੂੰ ਉਹਨਾਂ ਅਧਿਕਾਰਾਂ ਤੋਂ ਬੜਾ ਦੂਰ ਰੱਖਿਆ ਗਿਆ ਹੈ। ਅਗਰ ਤੁਸੀਂ ਇਸ ਸੰਵਿਧਾਨ ਨੂੰ ਪੜ੍ਹੋਗੇ, ਵਿਚਾਰੋਗੇ ਤਾਂ ਜ਼ਰੂਰ ਇਹ ਜਾਣਕਾਰੀ ਪ੍ਰਾਪਤ ਕਰੋਗੇ ਕਿ ਤੁਹਾਡੇ ਮੌਲਿਕ ਅਧਿਕਾਰ ਕੀ ਨੇ ਤੇ ਇਸ ਭਾਰਤ ਦੇ ਸੰਵਿਧਾਨ ਨੂੰ ਲਿਖਣ ਦੀ ਲੋੜ ਕਿਉਂ ਪਈ। ਸੋ ਮੈਂ ਕੋਸ਼ਿਸ਼ ਕਰਦਾ ਰਹਿਣਾ ਤੁਹਾਨੂੰ ਹਰ ਵੀਡੀਓ ਵਿੱਚ ਇੱਕ ਸੰਤੁਸ਼ਟੀ ਦੇ ਸਕਾਂ, ਤੁਹਾਡੀਆਂ ਬੰਦ ਪਈਆਂ ਅੱਖਾਂ ਨੂੰ ਖੋਲ੍ਹ ਸਕਾਂ। ਪਿਆਰੇ ਦੋਸਤੋ, ਅਗਰ ਤੁਸੀਂ ਆਪਣੇ ਬੱਚਿਆਂ ਦਾ ਜੀਵਨ ਸਹੀ ਤੇ ਸੁਚੱਜੇ ਢੰਗ ਨਾਲ ਚਲਾਉਣਾ ਚਾਹੁੰਦੇ ਹੋ, ਅਗਰ ਤੁਸੀਂ ਚਾਹੁੰਦੇ ਹੋ ਸਾਡੇ ਬੱਚਿਆਂ ਨੂੰ ਵੀ ਇੱਕ ਵਧੀਆ ਖੁਸ਼ਹਾਲੀ ਜ਼ਿੰਦਗੀ ਵਾਲੀ ਜ਼ਿੰਦਗੀ ਮਿਲੇ ਜਾਂ ਇੱਕ ਵਧੀਆ ਖੁਸ਼ਹਾਲ ਲਾਈਫ ਮਿਲੇ, ਤਾਂ ਇਸ ਭਾਰਤ ਦੇ ਸੰਵਿਧਾਨ ਦਾ ਤੁਹਾਡੀ ਜ਼ਿੰਦਗੀ ਵਿੱਚ ਸ਼ਾਮਲ ਹੋਣਾ ਬੜਾ ਜ਼ਰੂਰੀ ਹੈ। ਇਹ ਚੰਦ ਲੋਕ, ਇਹ ਸਰਕਾਰਾਂ ਤੁਹਾਨੂੰ ਭਾਰਤ ਦੇ ਸੰਵਿਧਾਨ ਤੋਂ ਬੜਾ ਦੂਰ ਲਿਜਾਣਾ ਚਾਹੁੰਦੀਆਂ ਨੇ ਤਾਂ ਕਿ ਤੁਸੀਂ ਆਪਣੀ ਆਵਾਜ਼ ਬੁਲੰਦ ਨਾ ਕਰ ਸਕੋ, ਆਪਣੇ ਤੇ ਆਪਣੇ ਬੱਚਿਆਂ ਦੇ ਅਧਿਕਾਰ ਨਾ ਮੰਗ ਸਕੋ। ਸੋ ਕੋਸ਼ਿਸ਼ ਕਰੋ, ਅਗਰ ਪੜ੍ਹ ਨਹੀਂ ਸਕਦੇ ਤਾਂ ਮੇਰੀ ਵੀਡੀਓ ਸੁਣ ਕੇ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਦੇ ਮਨ ਨੂੰ ਸੰਤੁਸ਼ਟੀ ਕਰੋ ਕਿ ਇਸ ਭਾਰਤ ਦੇ ਸੰਵਿਧਾਨ ਦੇ ਵਿੱਚ ਸਾਡੇ ਲਈ ਕੀ ਲਿਖਿਆ। ਤਾਂ ਭਾਰਤ ਦਾ ਸੰਵਿਧਾਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਜੋ ਲਿਖਿਆ, ਇਸ ਨੂੰ ਲਿਖਣ ਤੇ ਬਣਾਉਣ ਦੀ ਲੋੜ ਕਿਉਂ ਪਈ। ਸੋ ਅਗਰ ਤੁਸੀਂ ਇਸ ਸੰਵਿਧਾਨ ਨੂੰ ਪੜ੍ਹਿਆ ਵਿਚਾਰਿਆ ਹੁੰਦਾ ਜਾਂ ਇਸ ਦੇ ਵਿੱਚ ਮੌਲਿਕ ਅਧਿਕਾਰ ਜੋ ਦਿੱਤੇ ਗਏ ਨੇ ਉਹਨਾਂ ਪ੍ਰਤੀ ਆਪਣੀ ਸੁਤੰਤਰਤਾ ਪ੍ਰਾਪਤ ਕਰੀ ਹੁੰਦੀ ਤਾਂ ਇਹ ਕਾਨੂੰਨ ਜੋ ਚੰਦ ਸਰਕਾਰਾਂ ਤੁਹਾਡੇ ਤੇ ਧੱਕੇ ਨਾਲ ਸੌਂਪ ਰਹੀਆਂ ਨੇ ਉਹ ਅੱਜ ਤੁਹਾਡੇ ਤੇ ਲਾਗੂ ਨਹੀਂ ਹੁੰਦੇ। ਸੋ ਹੱਥ ਜੋੜ ਕੇ ਇਹੀ ਬੇਨਤੀਆਂ ਨੇ, ਇਸ ਭਾਰਤ ਦੇ ਸੰਵਿਧਾਨ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਤੇ ਆਪਣੇ ਬੱਚਿਆਂ ਦੀ ਸਕੂਲੀ ਜ਼ਿੰਦਗੀ ਵਿੱਚ ਸ਼ਾਮਲ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਅਧਿਕਾਰਾਂ ਪ੍ਰਤੀ ਆਪਣਾ ਪਤਾ ਲੱਗ ਸਕੇ ਕਿ ਸਾਡੇ ਲਈ ਇਹ ਸੰਵਿਧਾਨ ਦੇ ਵਿੱਚ ਕੀ ਅਧਿਕਾਰ ਲਿਖੇ ਨੇ। ਸੋ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਲਾਈਕ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡਾ ਮੈਨੂੰ ਪਿਆਰ ਤੇ ਤੁਹਾਡੀਆਂ ਦੁਆਵਾਂ ਮਿਲਦੀਆਂ ਰਹਿਣ। ਆਓ ਅਸੀਂ ਅਗਰ ਇਸ ਭਾਰਤ ਦੇ ਸੰਵਿਧਾਨ ਦਾ ਅਗਲਾ ਪੜਾਅ ਪੜ੍ਹਦੇ ਹਾਂ। ਹੁਣ ਤੱਕ ਅਸੀਂ ਜਿੰਨਾ ਵੀ ਸੰਵਿਧਾਨ ਪੜ੍ਹ ਕੇ ਸੁਣਾਇਆ, ਉਮੀਦ ਕਰਦੇ ਹਾਂ ਕਿ ਤੁਸੀਂ ਉਸ ਪ੍ਰਤੀ ਸੰਤੁਸ਼ਟ ਹੋਵੋਗੇ। ਹੁਣ ਤੱਕ 199 ਨੰਬਰ ਆਰਟੀਕਲ ਤੱਕ ਅਸੀਂ ਪੜ੍ਹ ਚੁੱਕੇ ਹਾਂ ਜੀ। ਅੱਜ ਅਸੀਂ ਪੜ੍ਹਾਂਗੇ ਆਰਟੀਕਲ ਨੰਬਰ 190, ਮੈਂਬਰੀ ਰੱਦ ਹੋਣਾ। ਕੋਈ ਵਿਅਕਤੀ ਰਾਜ ਦੇ ਵਿਧਾਨ ਮੰਡਲ ਦੇ ਦੋਹਾਂ ਸਦਨਾਂ ਦਾ ਮੈਂਬਰ ਨਹੀਂ ਹੋਵੇਗਾ। ਜੇ ਦੋਹਾਂ ਲਈ ਚੁਣ ਲਿਆ ਜਾਵੇ ਤਾਂ ਉਹ ਕਿਸੇ ਸਦਨ ਦੀ ਮੈਂਬਰੀ ਛੱਡਣੀ ਹੋਵੇਗੀ। ਕੋਈ ਵੀ ਵਿਅਕਤੀ ਜਾਂ ਰਾਜ ਵਿਧਾਨ ਮੰਡਲ ਜਾਂ ਦੋਹਾਂ ਸਦਨਾਂ ਦਾ ਮੈਂਬਰ ਨਹੀਂ ਹੋਵੇਗਾ। ਅਗਰ ਉਹ ਕਿਸੇ ਸਦਨ ਦਾ ਮੈਂਬਰ ਚੁਣ ਲਿਆ ਜਾਂਦਾ ਤਾਂ ਉਸ ਨੂੰ ਦੂਸਰੇ ਸਦਨ ਦੀ ਮੈਂਬਰੀ ਛੱਡਣੀ ਪਵੇਗੀ, ਕਿਉਂਕਿ ਜਾਂ ਤਾਂ ਉਹ ਵਿਧਾਨ ਮੰਡਲ ਦਾ ਮੈਂਬਰ ਰਹਿ ਸਕਦਾ ਜਾਂ ਦੋਹਾਂ ਸਦਨਾਂ ਵਿੱਚੋਂ ਇੱਕ ਸਦਨ ਦਾ ਮੈਂਬਰ ਰਹਿ ਸਕਦਾ। ਇੱਕੋ ਟਾਈਮ ਉਹ ਦੋਨਾਂ ਥਾਵਾਂ 'ਤੇ ਮੌਜੂਦ ਨਹੀਂ ਹੋ ਸਕਦਾ। ਜੇ ਕਿਸੇ ਰਾਜ ਦੇ ਵਿਧਾਨ ਮੰਡਲ ਦੇ ਕਿਸੇ ਸਦਨ ਦਾ ਮੈਂਬਰ 60 ਦਿਨਾਂ ਤੱਕ ਸਮੇਂ ਤੱਕ ਸਦਨ ਤੋਂ ਆਗਿਆ ਲੈ ਬਿਨਾਂ ਆਪਣੇ ਸਾਰੇ ਸੈਸ਼ਨਾਂ ਤੋਂ ਗੈਰ ਹਾਜ਼ਰ ਹੁੰਦਾ ਹੈ ਤਾਂ ਉਸ ਦਾ ਸਥਾਨ ਖਾਲੀ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਅਗਰ ਕਿਸੇ ਰਾਜ ਦੇ ਵਿਧਾਨ ਮੰਡਲ ਦਾ ਕੋਈ ਮੈਂਬਰ 60 ਦਿਨਾਂ ਤੋਂ ਵੱਧ ਸਮੇਂ ਲਈ ਸਦਨ ਦੀ ਆਗਿਆ ਤੋਂ ਬਾਹਰ ਰਿਹਾ ਹੋਵੇ ਜਾਂ ਸਦਨ ਦੇ ਵਿੱਚ ਮੌਜੂਦ ਨਾ ਹੁੰਦਾ ਹੋਵੇ ਤਾਂ ਉਸ ਨੂੰ ਗੈਰ ਹਾਜ਼ਰ ਮੰਨਿਆ ਜਾਂਦਾ ਹੈ ਤੇ ਉਸ ਦਾ ਅਹੁਦਾ ਉਸ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ। ਮੀਨਜ਼ ਕਿ ਉਸ ਨੂੰ ਸਮਝਿਆ ਜਾਂਦਾ ਹੈ ਕਿ
ਉਹ ਇਸ ਸਦਨ ਦਾ ਮੈਂਬਰ ਨਹੀਂ ਹੈ, ਉਸ ਨੂੰ ਆਪਣਾ ਅਸਤੀਫਾ ਦੇਣਾ ਪੈਂਦਾ ਹੈ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 191। ਕੋਈ ਵਿਅਕਤੀ ਕਿਸੇ ਰਾਜ ਦੀ ਵਿਧਾਨ ਸਭਾ ਜਾਂ ਵਿਧਾਨ ਪਰਿਸ਼ਦ ਦਾ ਮੈਂਬਰ ਚੁਣੇ ਜਾਣ ਲਈ ਯੋਗ ਹੋਵੇ, ਜੇ ਉਸ ਨੂੰ ਨਿਆਂਪਾਲਕਾਂ ਨੇ ਯੋਗ ਕਰਾਰ ਦਿੱਤਾ ਹੈ ਤਾਂ ਉਹ ਦਿਵਾਲੀਆ ਜਾਂ ਭਾਰਤ ਦਾ ਨਾਗਰਿਕ ਨਹੀਂ ਹੈ, ਜਾਂ ਉਹ ਕਿਸੇ ਵਿਦੇਸ਼ੀ ਰਾਜ ਦੀ ਨਾਗਰਿਕਤਾ ਸਵੈ ਇੱਛਾ ਨਾਲ ਲੈ ਲਈ ਹੈ ਤਾਂ ਉਸ ਨੂੰ ਸੰਸਦ ਦੁਆਰਾ ਕਿਸੇ ਵਿਧੀ ਦੁਆਰਾ ਜਾਂ ਉਸ ਦੇ ਅਧੀਨ ਯੋਗ ਕਰਾਰ ਦਿੱਤਾ ਜਾਂਦਾ ਹੈ। ਅਗਰ ਕੋਈ ਵਿਅਕਤੀ ਰਾਜ ਦੀ ਵਿਧਾਨ ਸਭਾ ਜਾਂ ਵਿਧਾਨ ਪਰਿਸ਼ਦ ਦਾ ਮੈਂਬਰ ਚੁਣੇ ਯੋਗ ਹੈ, ਜੇ ਉਸ ਨੂੰ ਨਿਆਂਪਾਲਕਾਂ ਨੇ ਅਯੋਗ ਕਰਾਰ ਦਿੱਤਾ, ਜੋ ਨਿਆਂਪਾਲਕਾਂ ਨੇ ਮੰਨ ਲਿਆ ਕਿ ਉਹ ਇਸ ਸਦਨ ਦੀ ਵਿਧਾਨ ਸਭਾ ਜਾਂ ਵਿਧਾਨ ਪਰਿਸ਼ਦ ਦੇ ਯੋਗ ਕੈਂਡੀਡੇਟ ਨਹੀਂ ਹੈ, ਜਾਂ ਉਹ ਦਿਵਾਲੀਆ ਹੋ ਚੁੱਕਾ ਹੈ, ਜਾਂ ਉਹ ਭਾਰਤ ਦਾ ਨਾਗਰਿਕ ਨਹੀਂ ਹੈ, ਤਾਂ ਉਹ ਕਿਸੇ ਵਿਦੇਸ਼ੀ ਰਾਜ ਦੀ ਨਾਗਰਿਕਤਾ ਉਹਨੇ ਲੈ ਲਈ ਹੈ ਤਾਂ ਸਵੈ ਇੱਛਾ ਜੀ ਕਿ ਉਸਨੇ ਆਪਣੀ ਇੱਛਾ ਨਾਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲਈ ਹੈ, ਤਾਂ ਉਸ ਨੂੰ ਸੰਸਦ ਦੁਆਰਾ ਵਿਧੀ ਦੁਆਰਾ ਜੋ ਕਾਨੂੰਨ ਬਣਾਏ ਜਾਂਦੇ ਨੇ ਉਸ ਦੇ ਅਧੀਨ ਯੋਗ ਕਰਾਰ ਦਿੱਤਾ ਜਾਂਦਾ ਵੀ ਇਹ ਵਿਧਾਨ ਪਰਿਸ਼ਦ ਦਾ ਵਿਧਾਨ ਸਭਾ ਦਾ ਮੈਂਬਰ ਬਣਨ ਦੇ ਲਾਇਕ ਨਹੀਂ ਹੈਗਾ, ਜੀ ਕਿ ਇਸ ਦੇਸ਼ ਤੋਂ ਬਾਹਰ ਰਹਿ ਰਿਹਾ ਹੈਗਾ। ਅੱਗੇ ਪੜ੍ਹਦੇ ਹਾਂ ਜੀ ਆਪਾਂ ਰਾਜਾਂ ਦੇ ਵਿਧਾਨ ਮੰਡਲ ਅਤੇ ਉਹਨਾਂ ਦੇ ਮੈਂਬਰਾਂ ਦੀਆਂ ਸ਼ਕਤੀਆਂ ਅਤੇ ਵਿਸ਼ੇਸ਼ ਅਧਿਕਾਰ। ਆਰਟੀਕਲ ਨੰਬਰ 194 'ਚ ਲਿਖਿਆ ਜੀ, ਸੰਵਿਧਾਨ ਅਤੇ ਵਿਧਾਨ ਮੰਡਲ ਦੇ ਨਿਯਮਾਂ ਦੇ ਅਧੀਨ ਰਹਿੰਦੇ ਹੋਏ ਹਰ ਰਾਜ ਦੇ ਵਿਧਾਨ ਮੰਡਲ ਵਿੱਚ ਸੁਤੰਤਰਤਾ ਵਿਚਾਰ ਵਟਾਂਦਰਾ ਹੋਵੇਗਾ ਤੇ ਭਾਵ ਬੋਲਣ ਦੀ ਆਜ਼ਾਦੀ ਹੋਵੇਗੀ। ਹੁਣ ਤੁਸੀਂ ਦੇਖ ਚੁੱਕੇ ਹੋ ਕਿ ਸਾਡੇ ਜੋ ਭਾਰਤ ਦੇ ਕਾਨੂੰਨ ਨੇ ਜਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਕਾਨੂੰਨ ਲਿਖੇ ਨੇ, ਇਸ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ ਨੰਬਰ 194 ਵਿੱਚ ਲਿਖਿਆ ਕਿ ਸਾਨੂੰ ਪੂਰਨ ਰੂਪ ਵਿੱਚ ਸੁਤੰਤਰਤਾ, ਕਿਤੇ ਵੀ ਬੋਲਣ ਦੀ ਆਜ਼ਾਦੀ ਆ, ਅਸੀਂ ਆਪਣੇ ਮੌਲਿਕ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ, ਕਿਸੇ ਵੀ ਸਰਕਾਰੀ ਅਦਾਰੇ ਵਿੱਚ ਆਪਣਾ ਪੱਖ ਰੱਖ ਸਕਦੇ ਹਾਂ। ਜੋ ਅੱਜ ਦੀਆਂ ਭਾਰਤ ਸਰਕਾਰਾਂ ਦੇ ਫਰਮਾਨ ਦੇ ਬਿਲਕੁਲ ਮੀਨਜ ਨਾਲ ਚੱਲ ਰਿਹਾ, ਜੋ ਉਹ ਚਾਹੁੰਦੀਆਂ ਨੇ ਉਹੀ ਕੁਛ ਹੋ ਰਿਹਾ। ਸੰਵਿਧਾਨ ਦੇ ਬਿਲਕੁਲ ਉਲਟ ਉਹ ਸਾਡੇ ਉੱਪਰ ਅਧਿਕਾਰ, ਸਾਨੂੰ ਬੋਲਣ ਦਾ ਅਧਿਕਾਰ ਨਹੀਂ, ਅਸੀਂ ਕਿਤੇ ਵੀ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ। ਸੋ ਇਹ ਗੰਦੀਆਂ ਚਾਲਾਂ ਸਰਕਾਰਾਂ ਚੱਲ ਰਹੀਆਂ ਨੇ। ਵੀਰੋ, ਕੋਸ਼ਿਸ਼ ਕਰੋ, ਤਗੜੇ ਹੋ ਜਾਓ, ਅੱਜ ਜਾਗਣ ਦੀ ਲੋੜ ਹੈ ਤੁਹਾਨੂੰ, ਤੁਹਾਡੇ ਸਮਾਜ ਪ੍ਰਤੀ, ਤੁਹਾਨੂੰ ਤੁਹਾਡੇ ਬੱਚਿਆਂ ਪ੍ਰਤੀ ਜਾਗਣ ਦੀ ਲੋੜ ਹੈ ਕਿ ਸਾਡੇ ਨਾਲ ਸਮਾਜ ਦੇ ਵਿੱਚ ਕੀ ਚੱਲ ਰਿਹਾ, ਇਸ ਪ੍ਰਤੀ ਸੁਚੇਤ ਰਹੋ, ਅੱਖਾਂ ਖੋਲੋ, ਕਿਤੇ ਸੁੱਤੇ ਪਿਆਂ ਨੂੰ ਤੁਹਾਨੂੰ ਲੁੱਟ ਕੇ ਨਾ ਲੈ ਜਾਣ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 194 'ਚ ਅੱਗੇ ਲਿਖਿਆ ਜੀ, ਇਸ ਬਾਰੇ ਨਿਆਂਪਾਲਿਕਾ ਵਿੱਚ ਕੋਈ ਕਾਰਵਾਈ ਨਹੀਂ ਹੋਵੇਗੀ। ਸਾਨੂੰ ਬੋਲਣ ਦੀ ਆਜ਼ਾਦੀ ਹੈ ਜੀ, ਸਾਨੂੰ ਵਿਧਾਨ ਮੰਡਲ ਵਿੱਚ ਸੁਤੰਤਰਤਾ ਵਿਚਾਰ ਵਟਾਂਦਰਾ ਕਰਨ ਦੇ ਭਾਵ ਬੋਲਣ ਦੀ ਆਜ਼ਾਦੀ ਪੂਰਨ ਰੂਪ 'ਚ ਆ ਜੀ। ਇਸ ਬਾਰੇ ਨਿਆਂਪਾਲਿਕਾ ਵਿੱਚ ਕੋਈ, ਅਗਰ ਸਾਨੂੰ ਬੋਲਣ ਦੀ ਆਜ਼ਾਦੀ ਆ ਤਾਂ ਨਿਆਂਪਾਲਿਕਾ ਵਿੱਚ ਕੋਈ ਸਾਡੇ ਤੇ ਕਾਰਵਾਈ ਨਹੀਂ ਕਰ ਸਕਦਾ, ਕਿਉਂਕਿ ਸਾਨੂੰ ਇਸ ਸੰਵਿਧਾਨ ਦੇ ਵਿੱਚ ਪੂਰਨ ਆਜ਼ਾਦੀ ਹੈ ਜੀ। ਅਸੀਂ ਕਿਤੇ ਵੀ ਬੋਲ ਕੇ ਆਪਣਾ ਪੱਖ ਰੱਖ ਸਕਦੇ ਹਾਂ, ਸਾਨੂੰ ਕੋਈ ਵੀ ਨਿਆਂਪਾਲਿਕਾ ਇਸ ਤੋਂ ਰੋਕ ਨਹੀਂ ਸਕਦੀ। ਆਰਟੀਕਲ ਨੰਬਰ 195 ਵਿੱਚ ਲਿਖਿਆ ਜੀ, ਰਾਜ ਦੀ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਦੇ ਮੈਂਬਰ ਜਿਹੇ ਵੇਤਨ ਤੇ ਭੱਤੇ, ਜੋ ਰਾਜ ਦੇ ਵਿਧਾਨ ਤੇ ਵਿਧਾਨ ਪਰਿਸ਼ਦ ਦੇ ਮੈਂਬਰ ਨੇ ਜੀ, ਉਹਨਾਂ ਦੇ ਜੋ ਭੱਤੇ ਹੁੰਦੇ ਨੇ, ਜਿਸ ਨੂੰ ਰਾਜ ਵਿਧਾਨ ਮੰਡਲ ਦੇ ਕਾਨੂੰਨ ਦੁਆਰਾ ਤੈਅ ਕੀਤਾ ਜਾਂਦਾ ਜੀ, ਉਹਨਾਂ ਨੂੰ ਸਵੀਕਾਰ ਕਰਨੇ ਪੈਂਦੇ ਨੇ। ਉਹਨਾਂ ਲਈ ਇਹ ਕਾਨੂੰਨ ਇਸ ਪ੍ਰਕਾਰ ਦਾ ਕਾਨੂੰਨ ਬਣਾਇਆ ਜਾਂਦਾ ਤਾਂ ਕਿ ਉਹ ਵੇਤਨ ਭੱਤੇ ਲੈਣ ਦੇ ਹੱਕਦਾਰ ਹੋਣ, ਪ੍ਰਾਪਤ ਕਰਨ ਦੇ ਹੱਕਦਾਰ ਹੋਣ। ਉਹਨਾਂ ਸੰਬੰਧੀ ਕੋਈ ਅਜਿਹਾ ਕਾਨੂੰਨ ਵੀ ਨਹੀਂ ਬਣਾਇਆ ਜਾ ਸਕਦਾ ਤਾਂ ਕਿ ਉਹਨਾਂ ਨੂੰ ਜੋ ਉਹਨਾਂ ਦੀ ਮਿਹਨਤ ਆ ਜਾਂ ਉਹਨਾਂ ਦਾ ਵੇਤਨ ਜਾਂ ਭੱਤੇ ਉਹਨਾਂ ਨੂੰ ਪ੍ਰਾਪਤ ਨਾ ਹੋਣ। ਅੱਗੇ ਪੜ੍ਹਦੇ ਹਾਂ ਜੀ ਵਿਧਾਨਕ ਪ੍ਰਕਿਰਿਆ। ਆਰਟੀਕਲ ਨੰਬਰ 196, ਧਨ ਬਾਰੇ ਬਿੱਲਾਂ ਅਤੇ ਹੋਰ ਹਿੱਤ ਬਿੱਲਾਂ ਦੇ ਸੰਬੰਧ ਵਿੱਚ ਕੋਈ ਬਿੱਲ ਵਿਧਾਨ ਪਰਿਸ਼ਦ ਵਾਲੇ ਰਾਜ ਦੇ ਵਿਧਾਨ ਮੰਡਲ ਦੇ ਕਿਸੇ ਸਦਨ ਵਿੱਚ ਸ਼ੁਰੂ ਹੋ ਸਕੇਗਾ। ਜੋ ਸਾਡੇ ਧਨ ਪ੍ਰਤੀ ਬਿੱਲ ਨੇ, ਧਨ ਸੰਬੰਧੀ ਬਿੱਲ ਨੇ ਜਾਂ ਵਿੱਤ ਸੰਬੰਧੀ ਬਿੱਲ ਨੇ, ਵਿਧਾਨ ਸਭਾ ਵਿੱਚ, ਵਿਧਾਨ ਮੰਡਲ ਵਿੱਚ, ਕਿਸੇ ਵੀ ਸਦਨ ਵਿੱਚ ਉਹਨਾਂ ਨੂੰ ਸ਼ੁਰੂ ਕੀਤਾ ਜਾ ਸਕਦਾ। ਅੱਗੇ ਕੋਈ ਬਿੱਲ ਉਦੋਂ ਤੱਕ ਪਾਸ ਨਹੀਂ ਸਮਝਿਆ ਜਾਵੇਗਾ ਜਦੋਂ ਤੱਕ ਦੋਨੋਂ ਸਦਨ ਸਹਿਮਤ ਨਹੀਂ ਹੁੰਦੇ ਤੇ ਸੂਬੇ ਵਿੱਚ 2 ਸਦਨ ਹਨ। ਦੇਖੋ ਜੀ, ਮੈਂ ਕੱਲ ਵੀ ਕਿਹਾ ਸੀ, ਬਿੱਲ ਉਦੋਂ ਤੱਕ ਨਹੀਂ ਪਾਸ ਹੁੰਦੇ ਜਦੋਂ ਤੱਕ ਤੁਹਾਡੇ ਦੋਨਾਂ ਸਦਨਾਂ ਦੀ ਸਹਿਮਤੀ ਨਾ ਹੋਵੇ। ਅਗਰ ਸਾਡੀ ਕਿਸਾਨੀ ਤੇ ਅੱਜ ਇਹ ਕਿਸਾਨ ਮਾਰੂ ਬਿੱਲ ਲਾਗੂ ਹੋਏ ਨੇ ਤਾਂ ਸਾਡੀ ਜੋ ਅਸੀਂ ਚੁਣ ਕੇ ਨੁਮਾਇੰਦੇ ਬੈਠੇ ਨੇ, ਭੇਜੇ ਨੇ, ਉਹਨਾਂ ਦੋਹਾਂ ਸਦਨਾਂ ਵਿੱਚ ਉਹਨਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ, ਬਕਾਇਦਾ ਆਪਣੇ ਸਿਗਨੇਚਰ ਕਰਕੇ ਦਿੱਤੇ ਨੇ, ਤਾਂ ਸਾਡੇ ਤੇ ਉਹ ਬਿੱਲ ਲਾਗੂ ਹੋਏ ਨੇ। ਹੁਣ ਇਹ ਨਾ ਕਿਹੋ
कि वो तो कहते नहीं जी असीं तुहाडे हित विच आ, तुहाडे पक्ष विच आ। जो उन्होंने काम करिया वो अपना काम करके दे चुके ने। हुण जिन्ना मर्जी रौला पाउण पर वो ये झूठ साबित नहीं कर सकते ते असीं सदना विच इस बिलां नूं सहमति नहीं दित्ती। कोई भी बिल सदन की सहमति तो बिना पास नहीं किया जा सकता। उही आ गया जी, अगर दोनों सदन सहमत ने तद ही बिल पास होंदे ने। कोई बिल किसी राज की विधान सभा विच पेंडिंग है जां विधान सभा द्वारा पास कर दिता गया तो विधान परिषद विच पेंडिंग है तो विधान सभा के भंग होने ते खत्म हो जाएगा। अगर कोई बिल राज की विधान सभा विच पिया वा विचार अधीन पिया जब विधान सभा द्वारा पास किया गया बिल विधान परिषद विच पेंडिंग पिया विचार अधीन पिया तो जदों विधान सभा भंग हो जाती आ तो नाल ही वो बिल खत्म हो जाते हैं। अगे पढ़ते हैं जी आर्टिकल नंबर 197 धन बिलों तो भिन्न बिलों बारे विधान परिषद ਦੀਆਂ शक्तियां ते पाबंदियां। जे विधान परिषद वाले राज की विधान सभा द्वारा किसी बिल दे पास किए जाण ते विधान परिषद नूं भेजे जाण पिछों विधान परिषद द्वारा बिल अस्वीकार कर दिता जाता है। अगर जे विधान परिषद वालों राज की विधान सभा द्वारा कोई बिल पास किए जाण संबंधी विधान परिषद नूं भेजिया जाता है, विधान परिषद नूं भेजे जाण पिछों विधान परिषद द्वारा वो बिल नकार दिता जाता है तां जां 3 महीने तक पास नहीं किया जाता, जां वो बिल 3 महीने तक पास नहीं किया जाता, जां विधान परिषद द्वारा बिल अजिहे संशोधन ना पास किया जाता है जिन्हां ते विधान सभा सहमत नहीं हुंदी तां बिलां नूं दोबारा पास कर सके। जां फिर विधान सभा द्वारा जो बिल विच संशोधन किया जाता पास किया जाता जिन्हां ते विधान सभा की सहमति नहीं हुंदी तां विधान सभा बिल नूं दोबारा पास कर सकती है। अगर उन्हां दे संशोधन करके फिर भी सहमति नहीं हुंदी तां वो बाद विच विचार वटांदरा करके विधान सभा विधान परिषद राहीं उन्हां बिलां नूं लागू कर सकती है, संशोधन करके लागू कर सकती है जो उन्हां नूं उहदे हितां विच ठीक लगदा जां लोकां प्रति ठीक लगदा जां राज प्रति ठीक लगदा। इस धारा की कोई गल धन बिल ते लागू नहीं, पर कहंदा 1997 आर्टिकल है जो इस दी धारा वा कोई इन्हां दी कोई गल धन बिलों ते लागू नहीं हुंदी। अगे पढ़ते हैं जी आपां आर्टिकल नंबर 198। प्यारे दोस्तों मैं तुहानूं ये भी कहना रहना, अगर तुसीं मेरी वीडियो राहीं किसी आर्टिकल प्रति संतुष्टि नहीं प्रगट करते मीनज कि तुहानूं समझण दे विच कुछ प्रॉब्लमां कुछ अड़कणां आ रहीआं ने तां तुहाडे कोल उपकरण हर चीज़ हर तरह का उपकरण हैगा। तुसीं अपनी मोबाइलों दे विच गूगल दे विच भारत का संविधान लिख के उसनूं हिंदी पंजाबी इंग्लिश विच पढ़ सकते हो। कोशिश करो अपनी मातृ भाषा विच पढ़ो तां कि तुहानूं पूर्ण रूप विच समझ आ सके कि भारत दे संविधान दे जिन्ने भी आर्टिकल ने वो सानूं की कहंदे ने ते इहदे विच साडे हित लई की लिखिआ। अगे पढ़दे हां जी आर्टिकल नंबर 198 धन बिलों बारे विशेष प्रक्रिया। धन बिल विधान परिषद वाले राज की विधान सभा द्वारा पास किए जाण मगरों विधान परिषद नूं उसदीआं सिफारिशां लई भेजिआ जावेगा, उसनूं 14 दिन के अंदर अंदर विधान सभा नूं वापस भेजना जावेगा। अगर धन बिल विधान परिषद वाले राज्यां की विधान सभा द्वारा पास किए जाण मगरों उसनूं विधान परिषद नूं सिफारिशां लई भेजिआ जांदा भी इस विच की तुसीं फेर बदल करने आ इस भारत के संविधान के अनुसार, पर उसनूं 14 दिनों तक विधान सभा विच वापस भेजना पैंदा। 14 दिन का टाइम हुंदा भी जो तुसीं करना इस धन बिलों विच उसकी पूरी प्रक्रिया करके सानूं वापस भेजो तां कि इसनूं असीं लागू कर सकीए। इस सूरत विच विधान सभा विधान परिषद दीआं सारीआं जां किसी सिफारिश नूं स्वीकार जां अस्वीकार कर सकेगी। इस सूरत विच विधान सभा विधान परिषद दीआं सारीआं सिफारिशां ते इहनूं मन सकदी आ जां नहीं मन सकदी, मीनज स्वीकार कर सकदी आ ते अस्वीकार भी कर सकदी आ कि इस विच जो कानून बने ने जां जो बिल लागू होए ने वो साडे हित विच हैगे ने जां नहीं। अगे पढ़दे हां जी असीं जे विधान सभा विधान परिषद की किसी सिफारिश नूं मन लैंदी है तां धन बिल विधान परिषद द्वारा सिफारिशां कीते गए विधान सभा द्वारा स्वीकार किए गए संशोधनां राहीं दोनों सदनां द्वारा पास किया जाता है। अगर विधान सभा विधान परिषद
ਸਿਫਾਰਸ਼ਾਂ ਨੂੰ ਮੰਨ ਲੈਂਦੀ ਹੈ ਕਿ ਇਸ ਵਿੱਚ ਜੋ ਬਿੱਲ ਅਸੀਂ ਬਣਾ ਕੇ ਭੇਜੇ ਨੇ ਉਹ ਸਾਡੇ ਕਾਨੂੰਨ ਦੇ ਅਨੁਸਾਰ ਨੇ ਜਾਂ ਹਿੱਤਾਂ ਦੇ ਅਨੁਸਾਰ ਨੇ, ਤਾਂ ਦੋਹਾਂ ਸਦਨਾਂ ਨੂੰ ਬੁਲਾ ਕੇ ਇਹਨਾਂ ਨੂੰ ਪਾਸ ਕੀਤਾ ਜਾਂਦਾ ਵਾ ਅਤੇ ਇਹਨਾਂ ਨੂੰ ਸੰਸ਼ੋਧਨ ਨੂੰ ਜੋ ਇਹ ਵਿੱਚ ਫੇਰ ਬਦਲ ਕਰਨੀਆਂ ਸੰਸ਼ੋਧਨਾਂ ਨੂੰ ਬਣਾ ਕੇ ਤਾਂ ਇਹਨਾਂ ਨੂੰ ਦੋਹਾਂ ਸਦਨਾਂ ਵਿੱਚ ਪਾਸ ਕਰ ਦਿੱਤਾ ਜਾਂਦਾ। ਅੱਗੇ ਪੜ੍ਹਦੇ ਹਾਂ ਜੀ ਆਪਾਂ। ਜੇ ਵਿਧਾਨ ਸਭਾ ਦੁਆਰਾ ਪਾਸ ਅਤੇ ਵਿਧਾਨ ਪ੍ਰੀਸ਼ਦ ਨੂੰ ਉਸ ਦੀਆਂ ਸਿਫਾਰਸ਼ਾਂ ਲਈ ਭੇਜਿਆ ਧਨ ਬਿੱਲ 14 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਨੂੰ ਵਾਪਸ ਨਹੀਂ ਭੇਜਿਆ ਜਾਂਦਾ ਤਾਂ ਇਸ ਸਮੇਂ ਦੀ ਸਮਾਪਤੀ ਤੇ ਦੋਹਾਂ ਸਦਨਾਂ ਦੁਆਰਾ ਉਸ ਰੂਪ ਵਿੱਚ ਪਾਸ ਕੀਤਾ ਗਿਆ ਬਿੱਲ ਸਮਝਿਆ ਜਾਵੇਗਾ ਜਿਸ ਰੂਪ ਵਿੱਚ ਵਿਧਾਨ ਸਭਾ ਦੁਆਰਾ ਪਾਸ ਕੀਤਾ ਜਾਂਦਾ। ਅਗਰ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਬਿੱਲ ਵਿਧਾਨ ਪ੍ਰੀਸ਼ਦ ਦੀਆਂ ਸਿਫਾਰਸ਼ਾਂ ਲਈ ਭੇਜਿਆ ਧਨ ਬਿੱਲ 14 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਨੂੰ ਵਾਪਸ ਨਹੀਂ ਭੇਜਿਆ ਜਾਂਦਾ ਤਾਂ ਉਸ ਸਮੇਂ ਦੀ ਸਮਾਪਤੀ ਤੇ ਦੋਹਾਂ ਸਦਨਾਂ ਦੁਆਰਾ ਉਸ ਨੂੰ ਪਾਸ ਸਮਝਿਆ ਜਾਵੇਗਾ, ਪਾਸ ਕੀਤਾ ਜਾਵੇਗਾ ਅਤੇ ਉਹਨਾਂ ਦੇ ਵਿੱਚ ਉਹ ਕੋਈ ਫੇਰ ਬਦਲ ਨਹੀਂ ਕਰ ਸਕਦੇ, ਕਿਉਂਕਿ ਜਦੋਂ ਉਹਨਾਂ ਨੇ ਉਹਨੂੰ ਵਿੱਚ ਸਿਫਾਰਸ਼ਾਂ ਲਈ ਭੇਜਿਆ ਉਹਨਾਂ ਨੇ ਉਸ 'ਤੇ ਕੋਈ ਕਾਰਵਾਈ ਜਾਂ ਆਪਣਾ ਕੋਈ ਮਤਾ ਨਹੀਂ ਬਣਾਇਆ ਤਾਂ ਉਹ 14 ਦਿਨ ਦੇ ਅੰਦਰ ਅੰਦਰ ਉਹਨਾਂ ਦਾ ਟਾਈਮ ਹੁੰਦਾ। ਅਗਰ 14 ਦਿਨ ਦੇ ਅੰਦਰ ਉਹ ਆਪਣੇ ਬਿੱਲ ਬਣਾ ਕੇ ਵਿਧਾਨ ਸਭਾ ਦੁਆਰਾ ਨਹੀਂ ਭੇਜਦੇ ਤਾਂ ਵਿਧਾਨ ਸਭਾ ਉਹਨਾਂ ਬਿੱਲਾਂ ਨੂੰ ਪਾਸ ਕਰ ਦਿੰਦੀ ਆ ਕਿ ਸਾਨੂੰ ਇਸ ਪੱਖ ਵਿੱਚ ਕੋਈ ਸਹਿਮਤੀ ਪ੍ਰਗਟ ਨਹੀਂ ਹੋਈ, ਸੋ ਇਸ ਵਿੱਚ ਸਾਨੂੰ ਕੋਈ ਖਾਮੀਆਂ ਨਹੀਂ ਦਿਖੀਆਂ ਤਾਂ ਇਸ ਨੂੰ ਅਸੀਂ ਲਾਗੂ ਕਰਦੇ ਹਾਂ। ਅੱਗੇ ਪੜ੍ਹਦੇ ਹਾਂ ਜੀ। ਆਰਟੀਕਲ ਨੰਬਰ 199। ਕੋਈ ਬਿੱਲ ਧਨ ਬਿੱਲ ਸਮਝਿਆ ਜਾਵੇਗਾ ਜੇ ਹੇਠ ਲਿਖੇ ਵਿਸ਼ਿਆਂ ਵਿੱਚ ਕੋਈ ਵਿਸ਼ਾ ਨਾਲ ਸੰਬੰਧਿਤ ਹੈ, ਕੋਈ ਟੈਕਸ ਲਾਉਣਾ, ਵਧਾਉਣਾ, ਘਟਾਉਣਾ ਜਾਂ ਕਿਸੇ ਰਾਜ ਦੁਆਰਾ ਉਧਾਰ ਲੈਣ ਬਾਰੇ ਰਾਜ ਖਜ਼ਾਨੇ ਵਿੱਚ ਧਨ ਜਮ੍ਹਾਂ ਜਾਂ ਕਢਾਉਣ ਵਾਲੇ ਕੋਈ ਵੀ ਬਿੱਲ ਧਨ ਬਿੱਲ ਸਮਝਿਆ ਜਾਵੇਗਾ ਜਿਸ ਵਿੱਚ ਟੈਕਸ ਵੀ ਆਉਂਦਾ ਜੀ, ਟੈਕਸ ਨੂੰ ਲਾਉਣਾ, ਵਧਾਉਣਾ, ਘਟਾਉਣਾ ਜਾਂ ਰਾਜ ਦੁਆਰਾ ਉਧਾਰ ਲੈਣਾ ਜਾਂ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਜਾਂ ਕਢਾਉਣਾ, ਇਹ ਧਨ ਬਿੱਲਾਂ 'ਚ ਆਉਂਦਾ ਜੀ। ਕੋਈ ਬਿੱਲ ਕੇਵਲ ਇਸ ਕਰਕੇ ਧਨ ਬਿੱਲ ਨਹੀਂ ਸਮਝਿਆ ਜਾਵੇਗਾ ਕਿ ਉਹ ਜੁਰਮਾਨਿਆਂ ਫੀਸਾਂ ਨਾਲ ਸੰਬੰਧਿਤ ਹੈ ਜਾਂ ਸਥਾਨਕ ਸੰਸਥਾਵਾਂ ਦੇ ਟੈਕਸ ਆਦਿ ਬਾਰੇ। ਕੋਈ ਧਨ ਬਿੱਲ ਇਹ ਬਿੱਲ ਨਹੀਂ ਸਮਝਿਆ ਜਾਊਗਾ ਕਿ ਉਸ ਵਿੱਚ ਜੁਰਮਾਨੇ ਫੀਸਾਂ ਦੇ ਨਾਲ ਸੰਬੰਧਿਤ ਟੈਕਸ ਲੱਗਦੇ ਨੇ ਜਾਂ ਸੰਸਥਾਵਾਂ ਨਾਲ ਟੈਕਸ ਆਦਿ ਬਾਰੇ ਇਸ ਵਿੱਚ ਵਿਚਾਰ ਨਹੀਂ। ਕੋਈ ਵੀ ਬਿੱਲ ਧਨ ਬਿੱਲ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਇਹਦੇ ਵਿੱਚ ਵੀ ਜੋ ਸਰਕਾਰਾਂ ਦੇ ਫੇਰ ਬਦਲ ਹੁੰਦੇ ਨੇ ਜੀ। ਧਨ ਬਿੱਲ ਆ ਜੋ ਇਸ ਵਿੱਚ ਟੈਕਸ ਟੂਕਸ ਆਉਂਦਾ ਉਹ ਆਉਂਦੇ ਨੇ। ਜੋ ਸਾਡਾ ਧਨ ਬਿੱਲ ਆ ਉਹ ਆਰਟੀਕਲ ਨੰਬਰ ਤੁਸੀਂ 199 ਵਿੱਚ ਪੜ੍ਹ ਸਕਦੇ ਹੋ ਅਤੇ 199 ਦੇ ਦੂਜੇ ਭਾਗ 'ਚ ਇਹ ਵੀ ਲਿਖਿਆ ਜੀ ਕੋਈ ਵੀ ਬਿੱਲ ਇਸ ਕਰਕੇ ਧਨ ਬਿੱਲ ਨਹੀਂ ਸਮਝਿਆ ਜਾਵੇਗਾ ਕਿ ਉਹ ਜੁਰਮਾਨੇ ਫੀਸਾਂ ਦੇ ਨਾਲ ਸੰਬੰਧਿਤ ਹੈ ਜਾਂ ਸਥਾਨਕ ਸੰਸਥਾਵਾਂ ਦੇ ਟੈਕਸ ਆਦਿ ਬਾਰੇ ਸੰਬੰਧਿਤ ਹੈ। ਆਰਟੀਕਲ ਨੰਬਰ 102 ਪੜ੍ਹਦੇ ਹਾਂ ਜੀ। ਬਿੱਲਾਂ ਤੇ ਮਨਜ਼ੂਰੀ। ਹੁਣ ਤੁਸੀਂ ਇਹ ਦੇਖੋ ਵੀ ਬਿੱਲਾਂ ਤੇ ਮਨਜ਼ੂਰੀ ਕਿੱਦਾਂ ਹੁੰਦੀ ਹੈ। ਜਦੋਂ ਕੋਈ ਬਿੱਲ ਰਾਜ ਦੀ ਵਿਧਾਨ ਸਭਾ ਦੁਆਰਾ ਵਿਧਾਨ ਪ੍ਰੀਸ਼ਦ ਵਾਲੇ ਰਾਜ ਵਿੱਚ ਵਿਧਾਨ ਮੰਡਲ ਦੇ ਦੋਹਾਂ ਸਦਨਾਂ ਦੁਆਰਾ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਰਾਜਪਾਲ ਦੇ ਸਨਮੁਖ ਪ੍ਰਸਤੁਤ ਕੀਤਾ ਜਾਂਦਾ ਹੈ। ਅਗਰ ਕੋਈ ਵੀ ਬਿੱਲ ਵਿਧਾਨ ਸਭਾ ਦੁਆਰਾ ਵਿਧਾਨ ਪ੍ਰੀਸ਼ਦ ਦੇ ਰਾਜਾਂ ਦੇ ਦੋਹਾਂ ਮੰਡਲਾਂ ਦੇ ਸਦਨਾਂ ਦੁਆਰਾ ਪਾਸ ਕੀਤਾ ਜਾਂਦਾ ਹੈ ਅਤੇ ਉਹ ਬਿੱਲ ਰਾਜਪਾਲ ਦੇ ਸਨਮੁਖ ਪ੍ਰਸਤੁਤ ਕੀਤੇ ਜਾਂਦੇ ਹਨ ਤਾਂ ਰਾਜਪਾਲ ਘੋਸ਼ਿਤ ਕਰਦਾ ਹੈ ਕਿ ਉਹ ਬਿੱਲ ਪ੍ਰਤੀ ਆਪਣੀ ਸਹਿਮਤੀ ਦਿੰਦਾ ਹੈ ਜਾਂ ਉਸ ਬਿੱਲਾਂ 'ਤੇ ਉਹ ਰੋਕ ਲਾਗ ਦਿੰਦਾ ਹੈ ਜਾਂ ਉਸ ਨੂੰ ਮਨਜ਼ੂਰ ਕਰਦਾ ਹੈ ਜਾਂ ਫਿਰ ਉਹ ਬਿੱਲ ਰਾਸ਼ਟਰਪਤੀ ਦੀ ਸਹਿਮਤੀ ਲਈ ਰਾਖਵਾਂ ਰੱਖ ਦਿੰਦਾ ਵੀ ਜਦੋਂ ਤੱਕ ਰਾਸ਼ਟਰਪਤੀ ਇਹਨਾਂ ਬਿੱਲਾਂ 'ਤੇ ਸਹਿਮਤੀ ਪ੍ਰਗਟ ਨਹੀਂ ਕਰਦਾ ਉਨਾ ਚਿਰ ਮੈਂ ਬਿੱਲਾਂ ਨੂੰ ਪਾਸ ਨਹੀਂ ਕਰਾਂਗਾ। ਜੇ ਬਿੱਲ ਨੂੰ ਦੁਬਾਰਾ ਰਾਜਪਾਲ ਨੂੰ ਭੇਜਿਆ ਜਾਂਦਾ ਹੈ ਤਾਂ ਰਾਜਪਾਲ ਉਸ ਬਿੱਲ ਨੂੰ ਨਹੀਂ ਰੋਕਦਾ। ਅਗਰ ਫਿਰ ਵੀ ਉਹ ਬਿੱਲ ਦੁਬਾਰਾ ਰਾਜਪਾਲ ਕੋਲ ਭੇਜਿਆ ਜਾਂਦਾ ਤਾਂ ਰਾਜਪਾਲ ਫਿਰ ਉਹ ਬਿੱਲ ਨੂੰ ਰੋਕਦਾ ਨਹੀਂ, ਉਸ ਨੂੰ ਅੱਗੇ ਪਾਸ ਕਰ ਦਿੰਦਾ। 201 ਆਰਟੀਕਲ ਨੰਬਰ ਵਿੱਚ ਲਿਖਿਆ ਜੀ ਵਿਚਾਰ ਲਈ ਰਾਖਵਾਂ ਬਿੱਲ। ਜਦੋਂ ਕੋਈ ਬਿੱਲ ਰਾਸ਼ਟਰਪਤੀ ਦੁਆਰਾ ਵਿਚਾਰ ਲਈ ਰਾਖਵਾਂ ਲਿਆ ਜਾਂਦਾ ਹੈ ਤਾਂ ਰਾਸ਼ਟਰਪਤੀ ਘੋਸ਼ਿਤ ਕਰੇਗਾ ਕਿ ਉਹ ਬਿੱਲ 'ਤੇ ਮਨਜ਼ੂਰੀ ਦਿੰਦਾ ਹੈ ਜਾਂ ਮਨਜ਼ੂਰੀ 'ਤੇ ਰੋਕ ਲਾਉਂਦਾ ਹੈ। ਜਦੋਂ ਕੋਈ ਬਿੱਲ ਰਾਸ਼ਟਰਪਤੀ ਦੇ ਕੋਲ ਵਿਚਾਰ ਅਧੀਨ ਰਾਖਵਾਂ ਰੱਖ ਲਿਆ ਜਾਂਦਾ ਤਾਂ ਫਿਰ ਰਾਸ਼ਟਰਪਤੀ ਉਸ 'ਤੇ ਨਿਰਣਾ ਕਰਦਾ ਕਿ ਇਸ ਬਿੱਲ ਨੂੰ ਘੋਸ਼ਿਤ ਕਰਾਂ ਜਾਂ ਇਸ ਬਿੱਲ ਨੂੰ ਰੱਦ ਕਰਾਂ, ਇਸ ਬਿੱਲ 'ਤੇ ਮਨਜ਼ੂਰੀ ਦੇਵਾਂ ਜਾਂ ਇਸ ਬਿੱਲ 'ਤੇ ਰੋਕ ਲਾਵਾਂ। ਪਰ ਜਿੱਥੇ ਬਿੱਲ ਧਨ ਬਿੱਲ ਨਹੀਂ ਹੈ ਉੱਥੇ ਰਾਸ਼ਟਰਪਤੀ ਰਾਜਪਾਲ ਨੂੰ ਨਿਰਦੇਸ਼ ਦੇ ਸਕੇਗਾ ਕਿ ਬਿੱਲ ਨੂੰ ਸਦਨ ਕੋਲ ਪੁਨਰ ਵਿਚਾਰ ਲਈ ਭੇਜਿਆ ਜਾਵੇ ਅਤੇ 6 ਮਹੀਨੇ ਦੇ ਅੰਦਰ ਅੰਦਰ ਇਹ ਬਿੱਲ 'ਤੇ ਪੁਨਰ ਵਿਚਾਰ ਕਰਨੀ ਪੈਂਦੀ ਹੈ ਅਤੇ ਦੁਬਾਰਾ ਰਾਸ਼ਟਰਪਤੀ ਦੇ ਵਿਚਾਰ ਹਿੱਤ ਉਸ ਨੂੰ ਕੋਲ ਪ੍ਰਸਤੁਤ ਕੀਤਾ ਜਾਵੇ। ਜੇ ਬਿੱਲ ਧਨ ਬਿੱਲ ਨਹੀਂ ਹੈ
ਮੀਨਜ਼ ਕਿ ਪਰ ਜਿੱਥੇ ਬਿੱਲ ਧਨ ਬਿੱਲ ਨਹੀਂ ਹੈ ਤਾਂ ਰਾਸ਼ਟਰਪਤੀ ਰਾਜਪਾਲ ਨੂੰ ਨਿਰਦੇਸ਼ ਦੇ ਦਿੰਦਾ ਤੇ ਇਸ ਬਿੱਲ ਨੂੰ ਸਦਨ ਕੋਲ ਪੁਨਰ ਵਿਚਾਰ ਲਈ ਭੇਜੋ ਤੇ 6 ਮਹੀਨੇ ਦੇ ਅੰਦਰ ਅੰਦਰ ਇਸ ਤੇ ਪੁਨਰ ਵਿਚਾਰ ਕਰੋ ਕਿ ਜੋ ਬਿੱਲ ਰਾਸ਼ਟਰਪਤੀ ਵੀ ਜੋ ਬਿੱਲ ਤੁਸੀਂ ਪਾਸ ਕੀਤੇ ਨੇ ਇਹਨੂੰ 6 ਮਹੀਨੇ ਦੇ ਵਿਚਾਰ ਦੇ ਅਧੀਨ ਰਾਸ਼ਟਰਪਤੀ ਦੇ ਸਾਹਮਣੇ ਦੁਬਾਰੇ ਪ੍ਰਸਤੁਤ ਕਰੋ ਵੀ ਤੁਸੀਂ ਇਹਨਾਂ ਵਿੱਚ ਕੀ ਫੇਰ ਬਦਲ ਕਰੇ ਨੇ, ਕੀ ਤੁਸੀਂ ਇਹਨਾਂ ਵਿੱਚ ਬਦਲਾਅ ਕਰੇ ਨੇ। ਸੋ ਅੱਜ ਅਸੀਂ ਆਰਟੀਕਲ ਨੰਬਰ 201 ਤੱਕ ਪੜ੍ਹਿਆ ਜੀ। ਕੱਲ੍ਹ ਨੂੰ ਅਸੀਂ ਪੜ੍ਹਾਂਗੇ ਆਰਟੀਕਲ ਨੰਬਰ 202 ਵਿੱਤੀ ਵਿਸ਼ਿਆਂ ਬਾਰੇ ਪ੍ਰਕਿਰਿਆ। ਸੋ ਪਿਆਰੇ ਦੋਸਤੋ, ਹੱਥ ਬੰਨ੍ਹ ਕੇ ਇਹੀ ਅਪੀਲ ਹੈ, ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਵੱਧ ਤੋਂ ਵੱਧ ਇਸ ਭਾਰਤ ਦੇ ਸੰਵਿਧਾਨ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਜੋੜੋ ਤਾਂ ਕਿ ਤੁਹਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਸੁਨਹਿਰੀ ਹੋ ਜਾਵੇ। ਸੋ ਮੈਂ ਤਾਂ ਇੱਕ ਅਰਜ਼ੀ ਗੁਜ਼ਾਰ ਸਕਦਾ, ਇਸ ਭਾਰਤ ਦੇ ਸੰਵਿਧਾਨ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਸ਼ਾਮਲ ਕਰੋ, ਆਪਣੇ ਬੱਚਿਆਂ ਦੀ ਸਕੂਲੀ ਜ਼ਿੰਦਗੀ ਵਿੱਚ ਸ਼ਾਮਲ ਕਰੋ। ਤੁਹਾਡੇ ਬੱਚੇ ਹੀ ਆਉਣ ਵਾਲੇ ਸਮੇਂ ਦਾ ਭਵਿੱਖ ਨੇ। ਅਸੀਂ ਹੀ ਆਪਣੇ ਬੱਚਿਆਂ ਨੂੰ ਸੇਧ ਦੇਣੀ ਆ। ਇੱਕ ਮਾਂ ਹੀ ਆਪਣੇ ਬੱਚੇ ਨੂੰ ਦੱਸਦੀ ਹੈ ਕਿ ਆ ਤੇਰਾ ਪਿਓ ਆ ਜਾਂ ਤੇਰੀ ਮਾਂ ਆ, ਤੇਰਾ ਦਾਦਾ, ਤੇਰਾ ਦਾਦੀ। ਅਗਰ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਆ ਭਾਰਤ ਦਾ ਸੰਵਿਧਾਨ ਹੈ, ਇਹ ਭਾਰਤ ਦੇ ਸੰਵਿਧਾਨ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਲਿਖਿਆ, ਇਹ ਭਾਰਤ ਦੇ ਸੰਵਿਧਾਨ ਦੇ ਵਿੱਚ ਤੁਹਾਡੇ ਮੌਲਿਕ ਅਧਿਕਾਰਾਂ ਦਾ ਜ਼ਿਕਰ ਕਰਿਆ ਗਿਆ, ਇਹ ਭਾਰਤ ਦਾ ਸੰਵਿਧਾਨ ਸਾਡੇ ਲੋਕਾਂ ਲਈ ਸਮਰਪਿਤ ਆ, ਤਾਂ ਤੁਹਾਡੇ ਬੱਚੇ ਵੀ ਜ਼ਰੂਰ ਇਸ ਭਾਰਤ ਦੇ ਸੰਵਿਧਾਨ ਦੇ ਵਿੱਚ ਆਪਣੀ ਦਿਲਚਸਪੀ ਪ੍ਰਗਟ ਕਰਨਗੇ। ਸੋ ਘਰਾਂ ਵਿੱਚ ਬੈਠੀਆਂ ਮੇਰੀਆਂ ਭੈਣਾਂ ਨੂੰ, ਮੇਰੀਆਂ ਮਾਤਾਵਾਂ ਨੂੰ, ਮੇਰੇ ਬਜ਼ੁਰਗਾਂ ਨੂੰ, ਮੇਰੇ ਭਾਈਆਂ ਨੂੰ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਕਮ ਸੇ ਕਮ ਇਸ ਸੰਵਿਧਾਨ ਨਾਲ ਜ਼ਰੂਰ ਜੋੜੋ। ਅਗਰ ਤੁਸੀਂ ਬੱਚਿਆਂ ਨੂੰ ਹੋਰ ਸਹੂਲਤਾਂ ਦੇ ਸਕਦੇ ਹੋ, ਮੋਬਾਈਲ ਦੇ ਸਕਦੇ ਹੋ, ਘਰਾਂ ਵਿੱਚ ਕੰਪਿਊਟਰ ਦੇ ਸਕਦੇ ਹੋ, ਇੰਟਰਨੈਟ ਦੇ ਸਕਦੇ ਹੋ, ਤਾਂ ਇੱਕ ਭਾਰਤ ਦਾ ਸੰਵਿਧਾਨ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਦੇ ਸਕਦੇ। ਸੋ ਦੋਸਤੋ, ਸਾਡੇ ਲਈ ਤਰਾਸ਼ਦੀ ਰਹੀ ਹੈ ਕਿ ਜੋ ਸਾਡੇ ਹਿੱਤ ਵਿੱਚ ਚੀਜ਼ਾਂ ਨੇ ਉਸ ਨੂੰ ਅਸੀਂ ਆਪਣੇ ਤੋਂ ਦੂਰ ਕਰਦੇ ਰਹੇ ਹਾਂ। ਜਿਸ ਚੀਜ਼ਾਂ ਰਾਹੀਂ ਸਾਡਾ ਭਲਾ ਹੋਣਾ ਸੀ ਉਸ ਨੂੰ ਅਸੀਂ ਆਪਣੇ ਤੋਂ ਬੜਾ ਦੂਰ ਕਰ ਦਿੱਤਾ। ਉਸੇ ਤਰ੍ਹਾਂ ਅਸੀਂ ਭਾਰਤ ਦੇ ਸੰਵਿਧਾਨ ਨੂੰ ਆਪਣੀ ਜ਼ਿੰਦਗੀ ਤੋਂ ਬੜਾ ਦੂਰ ਕੀਤਾ। ਪਰ ਕੋਸ਼ਿਸ਼ ਕਰੋ ਜਿੰਨਾ ਇਸ ਭਾਰਤ ਦੇ ਸੰਵਿਧਾਨ ਨੂੰ ਅਸੀਂ ਆਪਣੀ ਜ਼ਿੰਦਗੀ ਤੋਂ ਦੂਰ ਕੀਤਾ, ਓਨਾ ਹੀ ਨੇੜੇ ਅਸੀਂ ਭਾਰਤ ਦੇ ਸੰਵਿਧਾਨ ਨੂੰ ਲੈ ਆਈਏ ਆਪਣੀ ਨਿੱਜੀ ਜ਼ਿੰਦਗੀ ਵਿੱਚ ਤੇ ਆਪਣੀ ਬੱਚਿਆਂ ਦੀ ਨਿੱਜੀ ਜ਼ਿੰਦਗੀ ਵਿੱਚ ਇਸ ਭਾਰਤ ਦੇ ਸੰਵਿਧਾਨ ਨੂੰ ਸ਼ਾਮਲ ਕਰੀਏ। ਮੈਂ ਵਾਰ-ਵਾਰ ਹਰ ਦਿਨ ਇੱਕੋ ਹੀ ਅਪੀਲ ਕਰਦਾ, ਆਪਣੇ ਬੱਚਿਆਂ ਨੂੰ ਨਰਕ ਭਰੀ ਮੌਤ ਦੀ ਜ਼ਿੰਦਗੀ ਨਾ ਦਿਓ। ਤੁਹਾਡੇ ਬੱਚੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ। ਤੁਹਾਡੇ ਬੱਚੇ ਅਗਰ ਪੜ੍ਹ ਲਿਖ ਵੀ ਗਏ, ਅਗਰ ਉਹਨਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਦਾ ਪਤਾ ਨਹੀਂ ਲੱਗਿਆ ਤਾਂ ਉਹ ਪੜ੍ਹ ਕੇ ਵੀ ਅਨਪੜ੍ਹ ਨੇ, ਕਿਉਂਕਿ ਉਹ ਆਪਣੇ ਹੱਕਾਂ ਲਈ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦੇ। ਆਵਾਜ਼ ਤਾਂ ਬੁਲੰਦ ਕਰਨਗੇ ਜੇ ਉਹਨਾਂ ਨੇ ਭਾਰਤ ਦਾ ਸੰਵਿਧਾਨ ਪੜ੍ਹਿਆ ਹੋਊ, ਜੋ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਲਿਖਿਆ ਹੋਇਆ ਵਾ। ਸੋ ਮੈਂ ਤਾਂ ਤੁਹਾਨੂੰ ਬੇਨਤੀਆਂ ਕਰ ਸਕਦਾ, ਤੁਹਾਡੇ ਚਰਨਾਂ ਵਿੱਚ ਇਹੀ ਫਰਿਆਦ ਕਰ ਸਕਦਾ ਕਿ ਵੱਧ ਤੋਂ ਵੱਧ ਇਸ ਸੰਵਿਧਾਨ ਨਾਲ ਜੁੜੋ। ਹਰ ਰੋਜ਼ ਆਪਣਾ ਥੋੜਾ ਟਾਈਮ ਕੱਢ ਕੇ ਇਸ ਭਾਰਤ ਦੇ ਸੰਵਿਧਾਨ ਨੂੰ ਖੁਦ ਪੜ੍ਹਨ ਦੀ ਕੋਸ਼ਿਸ਼ ਕਰੋ। ਅਗਰ ਪੜ੍ਹ ਨਹੀਂ ਸੁਣ ਸਕਦੇ ਤਾਂ ਸੁਣੋ, ਮੇਰੀ ਵੀਡੀਓ ਨੂੰ ਚਲਾ ਕੇ ਸੁਣ ਸਕਦੇ ਹੋ, ਬਾਰ-ਬਾਰ ਰਿਪੀਟ ਕਰਕੇ ਸੁਣ ਸਕਦੇ ਹੋ। ਜੇ ਤੁਹਾਡੇ ਦਿਲਾਂ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਵੀ ਪੁੱਛ ਸਕਦੇ ਹੋ ਕਿ ਸਾਨੂੰ ਇਸ ਆਰਟੀਕਲ ਪ੍ਰਤੀ ਜਾਂ ਕੋਈ ਸੰਦੇਹ ਲੱਗਦਾ ਜਾਂ ਆਰਟੀਕਲ ਸਮਝ ਨਹੀਂ ਆਇਆ, ਤਾਂ ਮੈਂ ਉਹ ਆਰਟੀਕਲ ਤੁਹਾਨੂੰ ਦੁਬਾਰੇ ਵੀ ਪੜ੍ਹ ਕੇ ਸੁਣਾਵਾਂਗਾ। ਮੇਰਾ ਜਿੰਨਾ ਫਰਜ਼ ਬਣਦਾ ਇਸ ਭਾਰਤ ਦੇ ਸੰਵਿਧਾਨ ਪ੍ਰਤੀ, ਮੈਂ ਤੁਹਾਨੂੰ ਆਪਣਾ ਪੂਰਾ ਸਮਾਂ ਦਿੰਦਾ ਰਹਾਂਗਾ। ਸੋ ਮੈਂ ਕੋਸ਼ਿਸ਼ ਕਰਦਾ, ਜਿੰਨਾ ਵੀ ਮੈਂ ਵਿਚਾਰ ਵਟਾਂਦਰਾ ਤੁਹਾਡੇ ਨਾਲ ਕਰਦਾ, ਜਿਸ ਭਾਰਤ ਦੇ ਸੰਵਿਧਾਨ ਪ੍ਰਤੀ, ਆਰਟੀਕਲ ਪ੍ਰਤੀ ਤੁਹਾਨੂੰ ਸਮਝਾਉਣਾ, ਤਾਂ ਤੁਸੀਂ ਮੇਰੀਆਂ ਉਹਨਾਂ ਗੱਲਾਂ ਰਾਹੀਂ ਆਪਣੀ ਸੰਤੁਸ਼ਟੀ ਜ਼ਾਹਰ ਕਰਦੇ ਹੋ। ਸੋ ਅਗਰ ਭਾਰਤ ਦਾ ਸੰਵਿਧਾਨ ਪੜ੍ਹਦੇ ਸਮੇਂ ਜਾਂ ਕਿਸੇ ਚੀਜ਼ ਦਾ ਅਨੁਵਾਦ ਕਰਦੇ ਸਮੇਂ ਜਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਸਮੇਂ ਅਗਰ ਮੇਰੇ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈਨੂੰ ਆਪਣਾ ਬੱਚਾ ਸਮਝ ਕੇ ਮਾਫ਼ ਕਰਿਓ, ਇੱਕ ਦਾਸ ਸਮਝ ਕੇ ਮਾਫ਼ ਕਰਿਓ। ਮੈਂ ਮਾਫ਼ੀ ਦਾ ਜਾਚਕਾਂ। ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਆਪਣੀਆਂ ਗਲਤੀਆਂ ਨੂੰ ਸੁਧਾਰਾਂ, ਤੁਹਾਡੇ ਬੱਚਿਆਂ ਲਈ ਇੱਕ ਵਧੀਆ ਜਾਣਕਾਰੀ ਮੁਹੱਈਆ ਕਰਵਾ ਸਕਾਂ, ਤੁਹਾਡੇ ਬੱਚਿਆਂ ਨੂੰ ਇਸ ਵੀਡੀਓ ਰਾਹੀਂ, ਇਸ ਭਾਰਤ ਦੇ ਸੰਵਿਧਾਨ ਰਾਹੀਂ ਇੱਕ ਨਵਾਂ ਰਸਤਾ ਮੰਜ਼ਿਲ ਦੇ ਸਕਾਂ, ਰਸਤਾ ਤੇ ਇੱਕ ਨਵੀਂ ਮੰਜ਼ਿਲ ਦੇ ਸਕਾਂ, ਤਾਂ ਕਿ ਤੁਹਾਡੇ ਬੱਚੇ ਉਸ ਰਸਤੇ 'ਤੇ ਚੱਲ ਕੇ ਇਸ ਭਾਰਤ ਦੇ ਸੰਵਿਧਾਨ ਪ੍ਰਤੀ ਆਪਣਾ ਫਰਜ਼ ਪੂਰਾ ਕਰਨ। ਅਗਰ ਤੁਸੀਂ ਘਰਾਂ ਵਿੱਚ ਸੁਰੱਖਿਅਤ ਬੈਠੇ ਹੋ ਤਾਂ ਇਸ ਭਾਰਤ ਦੇ ਸੰਵਿਧਾਨ ਦੀ ਬਦੌਲਤ ਬੈਠੇ ਹੋ।
ਅਗਰ ਘਰਾਂ ਵਿੱਚ ਐਸ਼ੋ ਆਰਾਮ ਦੀਆਂ ਚੀਜ਼ਾਂ ਨੇ ਤਾਂ ਇਸ ਭਾਰਤ ਦੇ ਸੰਵਿਧਾਨ ਦੇ ਕਾਰਨ ਹੀ ਤੁਹਾਡੇ ਕੋਲ ਐਸ਼ੋ ਆਰਾਮ ਨੇ। ਆਪਣਾ ਇਤਿਹਾਸ ਪੜ੍ਹ ਕੇ ਦੇਖਿਓ ਕਿ ਤੁਹਾਡੀ ਜ਼ਿੰਦਗੀ ਪਹਿਲਾਂ ਕੀ ਸੀ ਤੇ ਹੁਣ ਸਾਡੀ ਜ਼ਿੰਦਗੀ ਪਹਿਲਾਂ ਕੀ ਆ। ਸਾਨੂੰ ਇਸ ਸੰਵਿਧਾਨ ਨੇ ਸਮਾਨਤਾ ਦਾ ਅਧਿਕਾਰ ਦਿੱਤਾ, ਸਾਨੂੰ ਇਸ ਸੰਵਿਧਾਨ ਨੇ ਪੜ੍ਹਾਈ ਦਾ ਅਧਿਕਾਰ ਦਿੱਤਾ, ਸਾਨੂੰ ਇਸ ਸੰਵਿਧਾਨ ਨੇ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਦਿੱਤਾ, ਸਾਨੂੰ ਇਸ ਸੰਵਿਧਾਨ ਨੇ ਬੋਲਣ ਦਾ ਅਧਿਕਾਰ ਦਿੱਤਾ, ਸਾਨੂੰ ਇਸ ਸੰਵਿਧਾਨ ਨੇ ਉੱਚੇ ਅਹੁਦਿਆਂ ਤੇ ਬੈਠਣ ਦਾ ਅਧਿਕਾਰ ਦਿੱਤਾ। ਅਗਰ ਤੁਸੀਂ ਫਿਰ ਵੀ ਇੰਨਾ ਕੁਛ ਪਾ ਕੇ ਵੀ ਅਗਰ ਭਾਰਤ ਦੇ ਸੰਵਿਧਾਨ ਨੂੰ ਆਪਣੀ ਜ਼ਿੰਦਗੀ ਚੋਂ ਦੂਰ ਲੈ ਗਏ ਹੋ ਤਾਂ ਤੁਸੀਂ ਜ਼ਿੰਦਗੀ 'ਚ ਬੜਾ ਕੁਛ ਖੋ ਚੁੱਕੇ ਹੋ। ਸੋ ਉਮੀਦ ਕਰਦੇ ਹਾਂ ਇਸ ਭਾਰਤ ਦੇ ਸੰਵਿਧਾਨ ਪ੍ਰਤੀ ਜੋ ਮੈਂ ਬਿਊਰਾ ਦਿੰਦਾ, ਜੋ ਜਾਣਕਾਰੀਆਂ ਦਿੰਦਾ, ਤੁਸੀਂ ਉਸ ਪ੍ਰਤੀ ਸੰਤੁਸ਼ਟ ਹੋਵੋਗੇ। ਸੋ ਇੰਨੀਆਂ ਕੁ ਫਤਿਹਾਂ ਕਬੂਲ ਕਰਿਓ, ਪਿਆਰ ਭਰੀ ਫਤਿਹ ਕਬੂਲ ਕਰਿਓ। ਸਤਿ ਸ਼੍ਰੀ ਅਕਾਲ। ਅਗਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰਿਓ। ਅਗਰ ਮੇਰੀ ਵੀਡੀਓ ਰਾਹੀਂ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਜਾਂ ਮੇਰੇ ਆਰਟੀਕਲ ਦੱਸੇ ਪ੍ਰਤੀ ਤੁਸੀਂ ਆਪਣੀ ਸੰਤੁਸ਼ਟੀ ਜ਼ਾਹਰ ਕਰਦੇ ਹੋ, ਤੁਹਾਨੂੰ ਨਵੀਆਂ ਜਾਣਕਾਰੀਆਂ ਮਿਲਦੀਆਂ ਨੇ, ਜਾਣਕਾਰੀਆਂ ਤੋਂ ਜਾਣੂ ਹੁੰਦੇ ਹੋ, ਤਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡਾ ਪਿਆਰ ਤੇ ਦੁਆਵਾਂ ਮਿਲਦੀਆਂ ਰਹਿਣ। ਪਿਆਰ ਭਰੀ ਫਤਿਹ ਕਬੂਲ ਕਰਿਓ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਇਸ ਸੰਵਿਧਾਨ ਦਾ ਅਗਲਾ ਪੜਾਅ ਲੈ ਕੇ ਤੁਹਾਡੀ ਸਭਾ ਵਿੱਚ ਕੱਲ੍ਹ ਹਾਜ਼ਰ ਹੋਵਾਂਗੇ। ਫਤਿਹ ਕਬੂਲ ਕਰਿਓ।